Good morning to one and all. हाँ जी माय डियर स्टूडेंट ऑफ +1 ਆਰਟਸ ਕਿਵੇਂ ਹੋ ਤੁਸੀਂ ਸਾਰੇ ਬੇਟਾ ਜੀ। ਆਈ ਹੋਪ ਕਿ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਖੈਰੀਅਤ ਨਾਲ ਹੋ, ਸੁਰੱਖਿਅਤ ਹੋ, ਸਿਹਤਮੰਦ ਹੋ ਤੇ ਲਾਕਡਾਊਨ ਦੇ ਦਿੱਤੇ ਗਏ ਨਿਯਮਾਂ ਦੀ ਚੰਗੀ ਤਰ੍ਹਾਂ ਪਾਲਣਾ ਵੀ ਕਰ ਰਹੇ ਹੋਵੋਗੇ। ਡੀਅਰ ਸਟੂਡੈਂਟ, ਮੈਂ ਟਾਈਮ ਟੂ ਟਾਈਮ ਤੁਹਾਡੇ ਨਾਲ ਰੂਬਰੂ ਹੁੰਦਾ ਰਹਿੰਦਾ ਹਾਂ ਡਿਫਰੈਂਟ ਟੌਪਿਕਸ ਨੂੰ ਲੈ ਕੇ, ਅਲੱਗ-ਅਲੱਗ ਵਿਸ਼ਿਆਂ ਨੂੰ ਲੈ ਕੇ, ਜਿਸ ਦੇ ਵਿੱਚ ਕਿ ਉਹਨਾਂ ਵਿਸ਼ਿਆਂ ਬਾਰੇ ਐਕਸਪਲੇਨੇਸ਼ਨ ਦਿੱਤੀ ਗਈ ਹੁੰਦੀ ਹੈ। ਹਾਲੀਆ ਹੀ ਮੈਂ ਤੁਹਾਨੂੰ ਰਿਕਾਰਡਿੰਗਸ ਭੇਜੀਆਂ, ਆਡੀਓਜ਼ ਭੇਜੀਆਂ ਆਪਣੀਆਂ, ਜਿਨ੍ਹਾਂ ਦੇ ਵਿੱਚ ਕਿ ਗੁਰੂ ਕਵੀ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਰਚਿਤ ਸ਼ਬਦ ਇੱਛਾ ਪੂਰਕ ਸਰਬ ਸੁਖਦਾਤਾ ਕਾਹੇ ਪੂਤ ਝਗਰਤ ਹੋ ਸੰਗ ਬਾਪ ਤੇ ਜੇ ਗੁਰ ਝਿੜਕੈ ਮਿੱਠਾ ਲਾਗੈ, ਇਹਨਾਂ ਕਵਿਤਾਵਾਂ ਦੀਆਂ ਐਕਸਪਲੇਨੇਸ਼ਨ ਤੁਹਾਨੂੰ ਮੈਂ ਭੇਜੀਆਂ ਆਡੀਓ ਦੇ ਥਰੂ, ਔਰ ਮੈਨੂੰ ਉਮੀਦ ਹੈ ਕਿ ਤੁਸੀਂ ਉਹਨਾਂ ਆਡੀਓਜ਼ ਨੂੰ ਸੁਣਿਆ ਹੋਵੇਗਾ, ਆਪਣੇ ਜ਼ਿਹਨ 'ਚ ਵਸਾਇਆ ਹੋਵੇਗਾ ਤੇ ਪ੍ਰਸੰਗ ਸਹਿਤ ਵਿਆਖਿਆ ਦੀ ਰਿਟਨ ਪ੍ਰੈਕਟਿਸ ਵੀ ਕੀਤੀ ਗਈ ਹੋਵੇਗੀ। ਡੀਅਰ ਸਟੂਡੈਂਟ, ਤੁਹਾਡੇ ਪਾਠਕ੍ਰਮ ਵਿੱਚ 3 ਪੁਸਤਕਾਂ ਨੇ। ਪੰਜਾਬੀ ਵਿਸ਼ੇ ਦੇ ਵਿੱਚ ਤੁਹਾਨੂੰ 3 ਪੁਸਤਕਾਂ ਨੇ। ਪਹਿਲੀ ਕਾਵ ਰੰਗ, ਜਿਸ ਦੇ ਵਿੱਚੋਂ ਤੁਹਾਨੂੰ ਪੋਇਟਰੀ ਦੀ ਐਕਸਪਲੇਨੇਸ਼ਨ ਦਿੱਤੀ ਗਈ। ਦੂਸਰੀ ਵਾਰਤਕ ਰਿਸ਼ਮਾ, ਇਹ ਦੂਸਰੀ ਕਿਤਾਬ ਹੈ। ਤੇ ਤੀਸਰੀ ਕਿਤਾਬ ਹੈ ਤੁਹਾਡੀ ਨਾਟਕ ਰਿਸ਼ਤੇ, ਤੇ ਉਸਦੇ ਨਾਟਕਕਾਰ ਨੇ ਵਰਿਆਮ ਮਸਤ। ਇਹ 3 ਕਿਤਾਬਾਂ ਨੇ ਤੁਹਾਡੇ ਪਾਠਕ੍ਰਮ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਹੀ ਤੁਹਾਨੂੰ ਸਿਲੇਬਸ ਆਉਣਾ ਹੈ, ਜਿਨ੍ਹਾਂ ਦੇ ਵਿੱਚੋਂ ਹੀ ਤੁਹਾਨੂੰ ਟਾਈਮ ਟੂ ਟਾਈਮ ਟੌਪਿਕਸ ਜਿਹੜੇ ਨੇ ਉਹਨਾਂ ਨੂੰ ਐਕਸਪਲੇਨੇਸ਼ਨ ਦੀਆਂ ਉਹਨਾਂ ਦੀਆਂ ਆਡੀਓਜ਼ ਜਿਹੜੀਆਂ ਨੇ ਭੇਜੀਆਂ ਜਾਣਗੀਆਂ। ਸੋ ਅੱਜ ਫਿਰ ਤੋਂ ਮੈਂ ਤੁਹਾਡਾ ਪੰਜਾਬੀ ਵਿਸ਼ੇ ਦਾ ਅਧਿਆਪਕ ਇੱਕ ਨਵੇਂ ਵਿਸ਼ੇ ਨੂੰ ਲੈ ਕੇ ਹਾਜ਼ਰ ਹਾਂ। ਤੁਹਾਡੀ ਤੀਸਰੀ ਪਾਠ ਪੁਸਤਕ ਨਾਟਕ, ਜਿਹੜਾ ਨਾਟਕਕਾਰ ਵਰਿਆਮ ਮਸਤ ਦੁਆਰਾ ਇੱਕ ਨਾਟਕ ਲਿਖਿਆ ਗਿਆ ਹੈ ਰਿਸ਼ਤੇ, ਉਸ ਨਾਟਕ ਦਾ ਵਿਸ਼ਾ ਕੀ ਹੈ, ਉਸ ਨਾਟਕ ਦੀ ਸਮੱਸਿਆ ਕੀ ਹੈ, ਬੇਸਿਕਲੀ ਉਸ ਨਾਟਕ ਵਿੱਚ ਕੀ ਕਿਹਾ ਗਿਆ ਹੈ। ਨਾਟਕਕਾਰ ਵਰਿਆਮ ਮਸਤ ਨੇ ਜੋ ਇਹ ਟਾਈਟਲ ਦਿੱਤਾ ਹੈ, ਸਿਰਲੇਖ ਦਿੱਤਾ ਹੈ ਰਿਸ਼ਤੇ ਨਾਟਕ, ਔਰ ਉਸਨੇ ਇਹ ਸਿਰਲੇਖ ਨੂੰ ਨਿਭਾਉਂਦਿਆਂ ਇਸ ਨਾਟਕ ਦੇ ਵਿੱਚ ਕੀ ਕਹਿਣਾ ਚਾਹਿਆ ਹੈ, ਉਸੇ ਨਾਟਕ ਦੇ ਉੱਤੇ ਅੱਜ ਮੈਂ ਤੁਹਾਨੂੰ ਆਪਣੇ ਵਿਚਾਰ ਸਾਂਝੇ ਕਰਨ ਜਾ ਰਿਹਾ ਹਾਂ। ਸੋ ਨਾਟਕ ਰਿਸ਼ਤੇ ਜਿਹੜਾ ਹੈ ਉਹ ਪੰਜਾਬੀ ਨਾਟਕ ਦੀ ਨਵੀਂ ਪੀੜ੍ਹੀ ਦੇ ਨਾਟਕਕਾਰ ਵਰਿਆਮ ਮਸਤ ਦੁਆਰਾ ਲਿਖਿਆ ਹੋਇਆ ਹੈ। ਇਸ ਨਾਟਕ ਦਾ ਮੁੱਖ ਵਿਸ਼ਾ ਪੰਜਾਬ 'ਚੋਂ ਵਿਦੇਸ਼ਾਂ ਵਿੱਚ ਜਾ ਰਹੀ ਨੌਜਵਾਨ ਪੀੜ੍ਹੀ ਅਤੇ ਕਿਸਾਨੀ ਦੀ ਆਰਥਿਕ ਮੰਦਹਾਲੀ ਨੂੰ ਪੇਸ਼ ਕਰਦਾ ਹੈ। 2 ਵਿਸ਼ੇ ਲਏ ਨੇ। ਪਹਿਲਾ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਦਾ ਵਧੇਰੇ ਜਿਹੜਾ ਰੁਝਾਨ ਹੈ ਉਹ ਵਿਦੇਸ਼ਾਂ ਵਿੱਚ ਜਾਣ ਵਿੱਚ ਹੀ ਲੱਗਾ ਹੋਇਆ ਹੈ। ਉਹਦੇ ਲਈ ਉਹ ਜ਼ਮੀਨਾਂ ਗਹਿਣੇ ਰੱਖਦੇ ਹਨ, ਘਰ ਜਿਹੜਾ ਹੈ ਆਪਣਾ ਗਹਿਣੇ ਰੱਖ ਦਿੰਦੇ ਹਨ, ਗਹਿਣੇ ਵੀ ਈਵਨ ਕਿ ਉਹ ਕਰਜ਼ਿਆਂ 'ਤੇ ਚੜ੍ਹਾ ਦਿੰਦੇ ਨੇ ਤੇ ਕਰਜ਼ਾ ਲੈ ਕੇ ਉਹ ਵਿਦੇਸ਼ਾਂ ਦੇ ਵਿੱਚ ਆਪਣਾ ਜੀਵਨ ਬਸਰ ਕਰਦੇ ਹਨ। ਇਹ ਸਾਡੇ ਪੰਜਾਬ ਦੇ ਨੌਜਵਾਨਾਂ ਦੀ, ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਨੇ ਉਹਨਾਂ ਦਾ ਇਹ ਰੁਝਾਨ ਬਣ ਚੁੱਕਾ ਹੈ ਕਿ ਵਿਦੇਸ਼ਾਂ ਵਿੱਚ ਰਹਿਣਾ ਕੋਈ ਮਜਬੂਰੀ ਨਹੀਂ, ਉਹਨਾਂ ਦਾ ਆਪਣਾ ਇੱਕ ਲਾਲਸਾ ਬਣ ਚੁੱਕੀ ਹੈ। ਹੁਣ ਉਹਦੇ ਲਈ ਉਹ ਜ਼ਮੀਨਾਂ ਕਰਜ਼ੇ 'ਤੇ ਰੱਖ ਰਹੇ ਨੇ, ਘਰ ਕਰਜ਼ੇ 'ਤੇ ਰੱਖ ਰਹੇ ਨੇ ਤੇ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾ ਰਿਹਾ ਹੈ। ਨਾਟਕ ਦੇ ਵਿੱਚ ਜਿਹੜੇ ਮੁੱਖ ਪਾਤਰ ਨੇ ਬੰਤਾ ਸਿੰਘ ਮਰਦ ਪਾਤਰ, ਕਾਲਾ, ਪੀਤਾ, ਸੁੰਦਰ ਬਾਣੀਆ, ਇਹ ਮਰਦ ਪਾਤਰ ਨੇ। ਇਸ ਤੋਂ ਇਲਾਵਾ ਇਸਤਰੀ ਪਾਤਰ ਦੀ ਵੀ ਚਰਚਾ ਹੋਈ ਹੈ। ਪ੍ਰੇਮੀ ਜੋ ਕਿ ਬੰਤਾ ਸਿੰਘ ਦੀ ਪਤਨੀ ਹੈ, ਕਾਲੇ ਤੇ ਪੀਤੇ ਦੀ ਮਾਂ ਹੈ, ਤੇ ਇੱਕ ਹੋਰ ਇਸਤਰੀ ਪਾਤਰ ਹੈ ਮਨਿੰਦਰ ਕੌਰ, ਜਿਹੜੀ ਪੀਤੇ ਦੀ ਮੰਗੇਤਰ ਸੀ, ਲੇਕਿਨ ਪੀਤਾ ਜਦੋਂ ਵਿਦੇਸ਼ ਚਲਾ ਗਿਆ ਤਾਂ ਉਸ ਤੋਂ ਬਾਅਦ ਉਹ ਮੁੜ ਕੇ ਨਾ ਆਇਆ, ਤਾਂ ਉਸੇ ਹੀ ਮਨਿੰਦਰ ਕੌਰ ਦਾ ਵਿਆਹ ਪੀਤੇ ਦੇ ਹੀ ਛੋਟੇ ਭਰਾ ਕਾਲੇ ਦੇ ਨਾਲ ਕਰ ਦਿੱਤਾ ਗਿਆ। ਸੋ ਮਨਿੰਦਰ ਜੋ ਹੈ ਬੰਤਾ ਸਿੰਘ ਤੇ ਪ੍ਰੇਮੀ ਕੌਰ ਦੀ ਨੂੰਹ ਹੈ ਤੇ ਕਾਲੇ ਦੀ ਪਤਨੀ ਹੈ ਤੇ ਪੀਤੇ ਦੀ ਛੋਟੀ ਭਰਜਾਈ ਹੈ। ਸੋ ਇਹ ਨਾਟਕ ਦੇ ਮੁੱਖ ਪਾਤਰ ਹਨ ਜਿਨ੍ਹਾਂ ਬਾਰੇ ਕਿ ਨਾਟਕ ਦੇ ਵਿੱਚ ਦੱਸਿਆ ਗਿਆ ਹੈ। ਸੋ ਪਹਿਲੀ ਸਮੱਸਿਆ ਮੈਂ ਤੁਹਾਨੂੰ ਜਿਹੜੀ ਦੱਸੀ ਹੈ ਕਿ ਕਿਵੇਂ ਜਿਹੜੇ ਨੇ ਪੰਜਾਬ ਦੇ ਨੌਜਵਾਨ ਜਿਹੜੇ ਨੇ ਜ਼ਮੀਨਾਂ ਗਹਿਣੇ ਰੱਖ ਕੇ ਜਿਹੜੇ ਨੇ ਵਿਦੇਸ਼ਾਂ ਦੇ ਵਿੱਚ ਆਪਣਾ ਜੀਵਨ ਬਿਤਾਉਣਾ ਚਾਹੁੰਦੇ ਹਨ ਤੇ ਪਿੱਛੋਂ ਪਰਿਵਾਰ ਦੀ ਜਿਹੜੀ ਹਾਲਤ ਹੈ ਉਹ ਬਹੁਤ ਤਰਸਯੋਗ ਹੋ ਜਾਂਦੀ ਹੈ, ਕਿਉਂਕਿ ਕਰਜ਼ੇ ਦੇ ਬੋਝ ਥੱਲੇ ਦੱਬ ਜਾਂਦੇ ਹਨ। ਕਰਜ਼ਾ ਲਿਆ ਹੁੰਦਾ ਹੈ ਬੰਬੀਆਂ ਲਗਵਾਉਣ ਲਈ, ਕਰਜ਼ਾ ਲਿਆ ਗਿਆ ਹੁੰਦਾ ਹੈ ਧੀਆਂ ਦੇ ਵਿਆਹ ਕਰਵਾਉਣ ਲਈ, ਪੁੱਤਰਾਂ ਦੇ ਵਿਆਹ ਕਰਵਾਉਣ ਦੇ ਲਈ, ਕਰਜ਼ਾ ਲਿਆ ਗਿਆ ਹੁੰਦਾ ਹੈ ਪੁੱਤਰਾਂ ਨੂੰ ਵਿਦੇਸ਼ਾਂ ਦੇ ਵਿੱਚ ਭੇਜਣ ਦੇ ਲਈ। ਉਹ ਸਾਰੀ ਉਮਰ ਕਰਜ਼ਾ ਚੁਕਾਉਂਦਿਆਂ ਦੀ ਹੀ ਲੰਘ ਜਾਂਦੀ ਹੈ ਪਰ ਕਰਜ਼ਾ ਪੂਰਾ ਨਹੀਂ ਹੁੰਦਾ। ਅਜਿਹੇ ਹਾਲਾਤ ਹਨ ਇਸ ਨਾਟਕ ਦੇ ਮੁੱਖ ਪਾਤਰ ਬੰਤਾ ਸਿੰਘ ਦੇ, ਜੋ ਕਿ ਪੀਤੇ ਦਾ ਪਿਓ ਹੈ ਔਰ ਜਿਸ ਨੇ ਕਿ ਆਪਣੀ ਜ਼ਮੀਨ ਜਿਹੜੀ ਹੈ ਗਹਿਣੇ ਰੱਖ ਕੇ ਆਪਣੇ ਪੁੱਤਰ ਨੂੰ, ਪੀਤੇ ਨੂੰ ਵਿਦੇਸ਼ ਭੇਜਿਆ ਹੁੰਦਾ ਹੈ। ਹੁਣ 25 ਸਾਲ ਹੋ ਚੁੱਕੇ ਨੇ। ਅੱਜ 25 ਸਾਲਾਂ ਬਾਅਦ ਉਸਦੇ ਪੁੱਤਰ ਨੇ ਵਿਦੇਸ਼ੋਂ ਆਉਣਾ ਹੈ
ਉਸਨੂੰ ਬੜੀ ਉਮੀਦ ਹੈ ਕਿ ਉਸ ਦਾ ਪੁੱਤਰ ਜਦੋਂ ਵਿਦੇਸ਼ੋਂ ਆਏਗਾ, ਡਾਲਰ ਲੈ ਕੇ ਆਏਗਾ, ਨੋਟ ਲੈ ਕੇ ਆਏਗਾ, ਵਧੇਰਾ ਪੈਸਾ ਲੈ ਕੇ ਆਏਗਾ ਤੇ ਮੇਰਾ ਸਾਰਾ ਕਰਜ਼ਾ ਚੁਕਾ ਦੇਵੇਗਾ। ਪੀਤਾ ਘਰ ਆਉਂਦਾ ਹੈ, ਸਭ ਤੋਂ ਪਹਿਲਾਂ ਤਾਂ ਆਪਣੇ ਮਾਂ-ਪਿਓ ਨੂੰ ਗਲ ਵੱਕੜੀ ਪਾਉਣ ਦੇ ਬਜਾਏ ਉਹ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾ ਦਿੰਦਾ ਹੈ। ਇੱਥੋਂ ਇਹ ਪਤਾ ਚੱਲਦਾ ਹੈ ਕਿ ਜਦੋਂ ਅਸੀਂ ਆਪਣੇ ਸੱਭਿਆਚਾਰ ਨੂੰ ਭੁਲਾ ਕੇ, ਆਪਣੀ ਸੰਸਕ੍ਰਿਤੀ ਨੂੰ ਭੁਲਾ ਕੇ, ਆਪਣੇ ਰਿਸ਼ਤਿਆਂ ਨੂੰ ਭੁਲਾ ਕੇ ਜਦੋਂ ਵਿਦੇਸ਼ਾਂ ਦੇ ਵਿੱਚ ਚਲੇ ਜਾਂਦੇ ਹਾਂ ਤਾਂ ਵਾਪਸ ਆ ਕੇ ਅਸੀਂ ਉਹ ਸਾਰਾ ਕੁਝ ਭੁੱਲ ਕੇ ਉਹਨਾਂ ਰਿਸ਼ਤਿਆਂ ਨੂੰ ਵੀ ਤੋੜ ਦਿੰਦੇ ਹਾਂ। ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚ ਸਿਰਫ ਤੇ ਸਿਰਫ ਪੈਸੇ ਨੂੰ ਹੀ ਜ਼ਿਆਦਾ ਤਵੱਜੋ ਦਿੱਤੀ ਜਾਂਦੀ ਹੈ। ਪੈਸਾ ਕਮਾਉਣਾ ਬਾਹਰਲੇ ਮੁਲਕਾਂ ਦੇ ਵਿੱਚ ਇੱਕ ਕਹਿ ਲਓ ਬੰਦੇ ਦੀ ਆਦਤ ਬਣ ਜਾਂਦੀ ਹੈ, ਮਜਬੂਰੀ ਬਣ ਜਾਂਦੀ ਹੈ। ਪਰ ਮਜਬੂਰੀ ਇੰਨੀ ਵੀ ਕਿ ਪਿੱਛੋਂ ਅਸੀਂ ਆਪਣੇ ਰਿਸ਼ਤਿਆਂ ਨੂੰ ਵੀ ਭੁਲਾ ਦਈਏ। ਸੋ ਇਸ ਨਾਟਕ ਵਿੱਚ ਦਰਸਾਇਆ ਗਿਆ ਕਿ ਕਿਵੇਂ ਪੀਤੇ ਵਰਗੇ ਨੌਜਵਾਨ ਅਮਰੀਕਾ ਵਰਗੇ ਦੇਸ਼ਾਂ ਵਿੱਚ ਰਹਿ ਕੇ ਪੱਛਮੀ ਪ੍ਰਭਾਵ ਕਬੂਲ ਕੇ ਮਾਂ-ਪਿਓ ਪ੍ਰਤੀ ਆਪਣੇ ਫਰਜ਼ ਭੁੱਲ ਜਾਂਦੇ ਹਨ। ਹੁਣ ਉਹਨਾਂ ਨੂੰ ਉਹੀ ਮੁਲਕ, ਉੱਥੋਂ ਦਾ ਰਹਿਣ ਸਹਿਣ ਅਤੇ ਉੱਥੋਂ ਦੀਆਂ ਹੀ ਪਤਨੀਆਂ ਚੰਗੀਆਂ ਲੱਗਦੀਆਂ ਹਨ। ਉੱਥੋਂ ਦੀ ਪਦਾਰਥਵਾਦੀ ਸੋਚ ਕਾਰਨ ਰਿਸ਼ਤਿਆਂ ਵਿੱਚ ਤਰੇੜਾਂ ਆ ਰਹੀਆਂ ਹਨ। ਓਬਵੀਅਸ ਹੈ, ਬੰਦਾ ਬਾਹਰ ਜਾ ਕੇ ਮਟੀਰੀਅਲਿਸਟਿਕ ਹੋ ਜਾਂਦਾ ਹੈ, ਪਦਾਰਥਵਾਦੀ ਸੋਚ ਵਾਲਾ ਹੋ ਜਾਂਦਾ ਹੈ, ਜਿਸ ਸਦਕਾ ਉਹ ਆਪਣੇ ਜਿਹੜੇ ਨੇੜੇ ਦੇ ਰਿਸ਼ਤੇ ਹੁੰਦੇ ਹਨ, ਬਹੁਤ ਜਿਹੜੇ ਕਲੋਜ਼ ਰਿਲੇਸ਼ਨਸ ਹੁੰਦੇ ਹਨ, ਮਾਂ-ਪਿਓ ਵਰਗੇ ਰਿਸ਼ਤਿਆਂ ਨੂੰ ਵੀ ਤਾਰ-ਤਾਰ ਕਰ ਦਿੰਦਾ ਹੈ। ਦੂਸਰੀ ਸਮੱਸਿਆ ਜਿਹੜੀ ਇਸ ਨਾਟਕ ਦੇ ਵਿੱਚ ਹੈ ਉਹ ਹੈਗੀ ਕਿਸਾਨਾਂ ਦੀ ਆਰਥਿਕ ਸਮੱਸਿਆ। ਹੁਣ ਪੰਜਾਬ ਦੇ ਜਿਹੜੇ ਕਿਸਾਨ ਹਨ ਉਹਨਾਂ ਦੀ ਸਭ ਤੋਂ ਪਹਿਲੀ ਆਰਥਿਕ ਸਮੱਸਿਆ ਕੀ ਹੈ ਕਿ ਜਿਵੇਂ ਨਾਟਕਕਾਰ ਨੇ ਇਸ ਨਾਟਕ ਵਿੱਚ ਵੀ ਦਿਖਾਇਆ ਗਿਆ ਹੈ ਕਿ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਦੇ ਦੌਰ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਔਰ ਇਹੀ ਸਮੱਸਿਆ ਹੈ ਇਸ ਨਾਟਕ ਦੀ। ਉਸਨੇ ਦਰਸਾਇਆ ਕਿ ਕਿਵੇਂ ਬੰਤਾ ਸਿੰਘ ਵਰਗੇ ਕਿਸਾਨਾਂ ਨੂੰ ਘਰੇਲੂ ਆਰਥਿਕ ਔਕੜਾਂ ਕਾਰਨ ਪੁੱਤਰਾਂ ਨੂੰ ਪਹਿਲਾਂ ਵਿਦੇਸ਼ ਭੇਜਣ ਲਈ, ਫਿਰ ਛੋਟੇ ਪੁੱਤਰ ਨੂੰ ਵਿਆਹੁਣ ਲਈ ਅਤੇ ਖੇਤਾਂ ਵਿੱਚ ਬੰਬੀ ਲਗਾਉਣ ਲਈ ਕਰਜ਼ਾ ਚੁੱਕਣਾ ਪੈਂਦਾ ਹੈ। ਉਹਨਾਂ ਦਾ ਭਵਿੱਖ ਕੁਦਰਤ ਉੱਪਰ ਨਿਰਭਰ ਹੈ। ਜੇ ਕਿਧਰੇ ਕੁਦਰਤ ਕਰੋਪੀ ਹੋ ਜਾਵੇ ਤਦ ਉਹਨਾਂ ਨੂੰ ਖੇਤੀ ਤੋਂ ਬਹੁਤ ਘੱਟ ਪ੍ਰਾਪਤੀ ਹੁੰਦੀ ਹੈ। ਪਿੰਡਾਂ ਦੇ ਜਿਹੜੇ ਕਿਸਾਨ ਹੁੰਦੇ ਹਨ ਬੇਸਿਕਲੀ ਉਹਨਾਂ ਨੂੰ ਵਧੀਆ ਫਸਲ ਦਾ ਝਾੜ ਪੈਦਾ ਕਰਨ ਦੇ ਲਈ ਵੀ ਕਰਜ਼ੇ ਲੈਣੇ ਪੈਂਦੇ ਹਨ, ਖੇਤਾਂ ਵਿੱਚ ਬੰਬੀਆਂ ਲਗਾਉਣ ਲਈ ਵੀ ਕਰਜ਼ੇ ਲੈਣੇ ਪੈਂਦੇ ਹਨ, ਪੁੱਤਰਾਂ ਦਾ ਵਿਆਹ ਕਰਾਉਣ ਲਈ ਵੀ ਕਰਜ਼ੇ ਲੈਣੇ ਪੈਂਦੇ ਹਨ, ਵਿਦੇਸ਼ਾਂ 'ਚ ਭੇਜਣ ਲਈ ਵੀ ਕਰਜ਼ੇ ਲੈਣੇ ਪੈਂਦੇ ਹਨ। ਇੰਨੇ ਕਰਜ਼ੇ ਲੈ ਕੇ ਜਦੋਂ ਆਰਥਿਕ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰਦੇ ਹਨ ਤਾਂ ਨਾ ਚਾਹੁੰਦਿਆਂ ਹੋਇਆਂ ਵੀ ਜਿਹੜੇ ਹਨ ਕਿਸਾਨਾਂ ਨੂੰ ਆਤਮ ਹੱਤਿਆ ਵਰਗੇ ਜਿਹੜੇ ਨੇ ਉਹ ਰਾਹ ਚੁਣਨੇ ਪੈਂਦੇ ਹਨ। ਹੁਣ ਜਿਹੜਾ ਇਸ ਨਾਟਕ ਦਾ ਕਰੈਕਟਰ ਹੈ ਬੰਤਾ ਸਿੰਘ, ਉਹ ਵੀ ਕਰਜ਼ਿਆਂ ਹੇਠ ਦੱਬਿਆ ਹੋਇਆ ਹੈ, ਪਰ ਉਸ ਨੂੰ ਇੱਕ ਉਮੀਦ ਹੈ ਕਿ ਉਸ ਦਾ ਪੁੱਤਰ ਪੀਤਾ, ਜਿਸ ਨੂੰ ਕਿ ਉਸਨੇ ਕਰਜ਼ਾ ਲੈ ਕੇ ਵਿਦੇਸ਼ ਭੇਜਿਆ ਹੈ, ਉਹ ਹੁਣ ਅਮਰੀਕਾ ਤੋਂ ਵਾਪਸ ਆਏਗਾ ਤੇ ਬਹੁਤ ਸਾਰੇ ਡਾਲਰ ਤੇ ਨੋਟ ਲੈ ਕੇ ਆਏਗਾ ਤੇ ਉਹਨਾਂ ਦਾ ਕਰਜ਼ਾ ਚੁਕਾ ਦੇਵੇਗਾ। ਪਰ ਪੀਤੇ ਵਰਗੇ ਖੁਦਗਰਜ਼ ਇਨਸਾਨ ਜਿਹੜੇ ਕਿ ਸਿਰਫ ਤੇ ਸਿਰਫ ਪਦਾਰਥਵਾਦੀ ਸੋਚ ਵਾਲੇ ਹਨ, ਜਿਨ੍ਹਾਂ ਦੀ ਨਜ਼ਰ ਦੇ ਵਿੱਚ ਪੈਸਾ ਹੀ ਸਭ ਤੋਂ ਵੱਡਾ ਮਾਂ-ਪਿਓ ਹੈ, ਉਹਦੇ ਅੱਗੇ ਆਪਣੇ ਅਸਲ ਦੇ ਜਿਹੜੇ ਮਾਂ-ਪਿਓ ਹਨ ਉਹ ਵੀ ਤੁੱਛ ਹਨ, ਜ਼ੀਰੋ ਹਨ। ਅਜਿਹੇ ਇਨਸਾਨ ਜਿਹੜੇ ਹਨ ਕਿਸ ਤਰੀਕੇ ਦੇ ਨਾਲ ਰਿਸ਼ਤਿਆਂ ਨੂੰ ਵੀ ਖ਼ਤਮ ਕਰ ਦਿੰਦੇ ਹਨ, ਉਹ ਇਸ ਨਾਟਕ ਦੇ ਵਿੱਚ ਬਖੂਬੀ ਦਿਖਾਇਆ ਗਿਆ ਹੈ। ਇੱਕ ਹੋਰ ਸਮੱਸਿਆ ਨੂੰ ਵੀ ਪੇਸ਼ ਕੀਤਾ ਗਿਆ ਹੈ, ਨੌਕਰੀ ਕਰਦੀਆਂ ਔਰਤਾਂ ਦੀਆਂ ਔਕੜਾਂ। ਬੇਸਿਕਲੀ ਹੁਣ ਪੂਰਾ ਘਰ ਕਰਜ਼ਿਆਂ ਦੇ ਵਿੱਚ ਦੱਬਿਆ ਹੋਇਆ ਹੈ। ਬੰਤਾ ਸਿੰਘ ਆਲਰੇਡੀ ਕਰਜ਼ਿਆਂ ਦੇ ਵਿੱਚ ਦੱਬਿਆ ਗਿਆ ਹੈ, ਪੀਤਾ ਬਾਹਰੋਂ ਆ ਤਾਂ ਗਿਆ ਹੈ ਪਰ ਕਰਜ਼ਾ ਚੁਕਾਉਣ ਦੇ ਲਈ ਉਹ ਪੈਸੇ ਤਾਂ ਉਸਨੇ ਕੀ ਦੇਣੇ ਹਨ, ਉਲਟਾ ਉਹ ਆਪਣੇ ਘਰ ਦੇ ਹਿੱਸੇ ਦੇ 30,000 ਰੁਪਈਏ ਵੀ ਉਹਨਾਂ ਤੋਂ ਮੰਗਦਾ ਹੈ। ਬੰਤਾ ਸਿੰਘ ਨੂੰ ਉਮੀਦ ਸੀ ਕਿ ਪੀਤਾ ਜਦੋਂ ਅਮਰੀਕਾ ਤੋਂ ਆਵੇਗਾ, ਡਾਲਰ ਲਿਆਵੇਗਾ ਤੇ ਉਹ ਸੁੰਦਰ ਬਾਣੀਏ ਦਾ ਕਰਜ਼ਾ ਚੁਕਾ ਦੇਵੇਗਾ। ਪਰ ਪੀਤੇ ਵਰਗੇ ਖੁਦਗਰਜ਼ ਇਨਸਾਨ ਜਦੋਂ ਇਹ ਸੋਚ ਲੈਂਦੇ ਹਨ ਕਿ ਅਮਰੀਕਾ ਵਿੱਚ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ, ਉੱਥੇ ਨੋਟ ਕਮਾਉਣਾ ਕੋਈ ਸੌਖੀ ਗੱਲ ਨਹੀਂ ਹੈ, ਤਾਂ ਇਸ ਸਭ ਦੇ ਬਾਵਜੂਦ ਉਹ ਕਰਜ਼ਾ ਤਾਂ ਕੀ ਚੁਕਾਉਣਾ ਹੁੰਦਾ ਹੈ, ਲੇਕਿਨ ਆਪਣੇ ਘਰ ਦੇ ਹਿੱਸਿਆਂ ਨੂੰ ਵੀ ਉਹ ਆਪਣਾ ਹੀ ਸਮਝਦੇ ਹਨ ਤੇ ਘਰ ਦੇ ਹਿੱਸੇ ਦੇ ਵਿੱਚੋਂ ਵੀ ਉਹ ਆਪਣਾ ਪੈਸਾ ਮੰਗਣਾ ਸ਼ੁਰੂ ਕਰ ਦਿੰਦੇ ਹਨ, ਜਿਵੇਂ ਕਿ ਨਾਟਕ ਵਿੱਚ ਪੀਤੇ ਨੇ ਕੀਤਾ। ਉਹ ਆਇਆ, ਅਮਰੀਕਾ ਤੋਂ ਆਇਆ, ਆਪਣੇ ਪਿਓ ਨੂੰ ਗੱਲ ਵੱਖੜੀ ਵੀ ਨਹੀਂ ਪਾਈ, ਮਾਂ ਨੂੰ ਸਤਿ ਸ਼੍ਰੀ ਅਕਾਲ ਵੀ ਨਹੀਂ ਬੁਲਾਈ ਤੇ ਉਲਟਾ ਹਾਏ, ਹੈਲੋ, ਮੋਮ, ਡੈਡ ਕਹਿ ਕੇ ਉਸਨੇ ਸਾਰ ਦਿੱਤਾ ਤੇ ਦੂਰੋਂ ਹੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ। ਕੁਝ ਦਿਨ ਬੀਤੇ ਤਾਂ ਬੰਦਾ ਸਿੰਘ ਨੇ ਕਿਹਾ ਵੀ ਕਿ ਬਈ ਅਸੀਂ ਸੁੰਦਰ ਬਾਣੀਏ ਦਾ ਕਰਜ਼ਾ ਚੁਕਾਉਣਾ ਹੈ ਤੇ ਤੂੰ ਜਿਹੜੇ ਅਮਰੀਕਾ ਤੋਂ ਡਾਲਰ ਲੈ ਕੇ ਆਇਆ, ਹੁਣ ਤੂੰ ਪੈਸੇ ਦੇ, ਅਸੀਂ ਉਹਨਾਂ ਦਾ ਕਰਜ਼ਾ ਚੁਕਾਈਏ। ਮੈਂ ਤੈਨੂੰ ਬਾਹਰ ਵਿਦੇਸ਼ ਭੇਜਣ ਦੇ ਲਈ ਸੁੰਦਰ ਬਾਣੀਏ ਤੋਂ ਕਰਜ਼ਾ ਲਿਆ ਸੀ। ਤਾਂ ਉਹ ਉਲਟਾ ਉਹਨਾਂ ਨਾਲ ਲੜਨ ਨੂੰ ਪੈਂਦਾ ਹੈ, ਉਹਨਾਂ ਨੂੰ ਮਾਰਨ ਨੂੰ ਪੈਂਦਾ ਹੈ ਤੇ ਉਹਨਾਂ ਨੂੰ ਕਹਿੰਦਾ ਹੈ ਕਿ ਇਸ ਘਰ ਦੇ ਵਿੱਚੋਂ ਬਣਦਾ 30,000 ਰੁਪਇਆ ਉਸ ਨੂੰ ਦਿੱਤਾ ਜਾਵੇ, ਉਸ ਨੂੰ ਉਸ ਦਾ ਹਿੱਸਾ ਦੇ ਦਿੱਤਾ ਜਾਵੇ, ਉਹ ਜੋ ਮਰਜ਼ੀ ਕਰਨ, ਮੈਂ ਉਹਨਾਂ ਦਾ ਕਰਜ਼ਾ ਚੁਕਾ ਨਹੀਂ ਸਕਦਾ, ਮੇਰੇ ਕੋਲ ਤਾਂ ਕੋਈ ਫੁੱਟੀ ਕੌੜੀ ਵੀ ਨਹੀਂ ਹੈ।
ਇਹ ਗੱਲਾਂ ਉੱਥੇ ਖੜਾ ਸੁੰਦਰ ਬਾਣੀਆ ਵੀ ਦੇਖ ਰਿਹਾ ਹੈ, ਸੁਣ ਰਿਹਾ ਹੈ ਕਿ ਕਿਵੇਂ ਪਦਾਰਥਵਾਦੀ ਸੋਚ ਦੇ ਕਾਰਨ ਲੋਕੀ ਆਪਣੇ ਰਿਸ਼ਤਿਆਂ ਨੂੰ ਖਤਮ ਕਰ ਲੈਂਦੇ ਹਨ, ਕਿਵੇਂ ਇੱਕ ਪੁੱਤ ਆਪਣੇ ਪਿਓ ਨੂੰ ਮਾਰਨ ਨੂੰ ਪੈ ਰਿਹਾ ਹੈ, ਕਿਵੇਂ ਇੱਕ ਪੁੱਤ ਜਿਹੜਾ ਹੈ ਆਪਣੇ ਭਰਾ ਨੂੰ ਮਾਰਨ ਨੂੰ ਪੈ ਰਿਹਾ ਹੈ, ਕਿਵੇਂ ਉਹੀ ਪੀਤਾ ਜਿਸ ਮਨਿੰਦਰ ਕੌਰ ਨਾਲ ਉਹ ਮੰਗਿਆ ਹੋਇਆ ਸੀ, ਪਰ ਬਾਹਰ ਵਿਦੇਸ਼ ਰਹਿਣ ਕਾਰਨ ਉਹ ਵਿਆਹ ਆਲਰੇਡੀ ਕਰਾ ਚੁੱਕਾ ਸੀ ਅਤੇ ਮਨਿੰਦਰ ਦਾ ਵਿਆਹ ਵੀ ਤਾਂ ਕਰਾਉਣਾ ਸੀ ਕਿਸੇ ਨਾਲ, ਕਿਉਂਕਿ ਬੰਤਾ ਸਿੰਘ ਨੇ ਆਪਣੇ ਧਰਮ ਨੂੰ ਨਿਭਾਇਆ ਸੀ, ਕਿਉਂਕਿ ਉਸਨੇ ਆਪਣੇ ਦੋਸਤ ਨਾਲ ਵਾਅਦਾ ਕੀਤਾ ਸੀ ਕਿ ਉਹ ਮਨਿੰਦਰ ਨੂੰ ਆਪਣੀ ਨੂੰਹ ਬਣਾਵੇਗਾ। ਇਸ ਕਰਕੇ ਉਸਨੇ ਮਨਿੰਦਰ ਦਾ ਵਿਆਹ ਆਪਣੇ ਛੋਟੇ ਪੁੱਤਰ ਕਾਲੇ ਦੇ ਨਾਲ ਕੀਤਾ। ਅਤੇ ਪੀਤੇ ਨੂੰ ਇੰਨੀ ਵੀ ਸ਼ਰਮ ਨਹੀਂ ਹੈ ਕਿ ਉਸ ਦੀ ਛੋਟੀ ਭਰਜਾਈ ਹੈ ਉਹ ਉਸ ਦੇ ਉੱਤੇ ਵੀ ਹੱਥ ਚੁੱਕਣ ਨੂੰ ਚਾਹੁੰਦਾ ਹੈ। ਇਹ ਸਭ ਕੁਝ ਦੇਖ ਕੇ ਸੁੰਦਰ ਬਾਣੀਆ ਵੀ ਇਹ ਕਹਿੰਦਾ ਹੈ ਕਿ ਮੈਂ ਇਹ ਕੁਝ ਹੋਣ ਨਹੀਂ ਦੇਣਾ, ਇਸ ਘਰ ਵਿੱਚ ਮੈਂ ਕਲੇਸ਼ ਨਹੀਂ ਹੋਣ ਦੇਵਾਂਗਾ। ਉਹ ਉਲਟਾ ਪੀਤੇ ਦੇ ਮੂੰਹ 'ਤੇ ਪੈਸੇ ਮਾਰਦਾ ਹੈ ਅਤੇ ਉਸ ਨੂੰ ਉੱਥੋਂ ਘਰੋਂ ਨਿਕਲਣ ਲਈ ਕਹਿੰਦਾ ਹੈ। ਇਹ ਸਭ ਕੁਝ ਉੱਥੇ ਖੜੀ ਮਨਿੰਦਰ ਕੌਰ ਵੀ ਦੇਖ ਰਹੀ ਹੈ। ਉਹ ਕਹਿੰਦੀ ਹੈ ਕਿ ਉਹ ਹੌਲੀ ਹੌਲੀ ਤੁਹਾਡਾ ਕਰਜ਼ਾ ਚੁਕਾਵੇਗੀ, ਕਿਉਂਕਿ ਉਹ ਨੌਕਰੀ ਕਰਦੀ ਹੈ, ਜੋ ਕਿ ਇਸ ਨਾਟਕ ਵਿੱਚ ਦਿਖਾਇਆ ਵੀ ਗਿਆ ਹੈ ਕਿ ਨੌਕਰੀ ਕਰਦੀਆਂ ਔਰਤਾਂ ਨੂੰ ਵੀ ਕਈ ਮੁਸ਼ਕਿਲਾਂ ਆਉਂਦੀਆਂ ਹਨ। ਜਿਵੇਂ ਕਿ ਅਸੀਂ ਅੱਜ ਦੇਖ ਸਕਦੇ ਹਾਂ ਕਿ ਅੱਜ ਦੇ ਸਮਾਜ ਦੇ ਵਿੱਚ ਇਕੱਲੀ ਔਰਤ ਦਾ ਨੌਕਰੀ ਕਰਨਾ ਵੀ ਬਹੁਤ ਮੁਸ਼ਕਿਲ ਹੈ। ਜ਼ਮਾਨੇ ਦੀਆਂ ਨਜ਼ਰਾਂ ਬਹੁਤ ਬੁਰੀਆਂ ਹਨ। ਜਿੱਥੇ ਉਹ ਕੰਮ ਕਰਦੀਆਂ ਹਨ ਉੱਥੇ ਦੇ ਲੋਕਾਂ ਦੀਆਂ ਨਜ਼ਰਾਂ ਵੀ ਬਹੁਤ ਭੈੜੀਆਂ ਹਨ। ਇਕੱਲੇ ਪਿੰਡੋਂ ਤੇ ਸ਼ਹਿਰਾਂ ਤੱਕ ਦਾ ਜਿਹੜਾ ਸਫ਼ਰ ਹੈ ਔਰਤ ਲਈ ਉਹ ਬਹੁਤ ਮੁਸ਼ਕਿਲ ਹੁੰਦਾ ਹੈ। ਪਰ ਫਿਰ ਵੀ ਮਨਿੰਦਰ ਬਹੁਤ ਸੂਝਵਾਨ ਹੈ, ਸਮਝਦਾਰ ਹੈ ਅਤੇ ਉਹ ਇਹ ਵਾਅਦਾ ਕਰਦੀ ਹੈ ਕਿ ਉਹ ਹੌਲੀ ਹੌਲੀ ਸੁੰਦਰ ਬਾਣੀਆ ਦਾ ਕਰਜ਼ਾ ਚੁਕਾ ਦੇਵੇਗੀ। ਪਰ ਸੁੰਦਰ ਬਾਣੀਆ ਜਿਹੜਾ ਹੈ ਇੱਕ ਭਾਈਚਾਰਕ ਸਾਂਝ ਨਿਭਾਉਂਦਾ ਹੋਇਆ ਪੂਰੇ ਪਰਿਵਾਰ ਨੂੰ ਕਹਿੰਦਾ ਹੈ ਕਿ ਮੇਰਾ ਕਰਜ਼ਾ ਮੋੜਨ ਦੀ ਕੋਈ ਲੋੜ ਨਹੀਂ ਹੈ, ਅਸੀਂ ਇੱਥੇ ਹੀ ਰਹਿਣਾ ਹੈ, ਇਹ ਮਕਾਨ ਵੀ ਮੈਂ ਵਿਕਣ ਨਹੀਂ ਦੇਵਾਂਗਾ, ਕਿਉਂਕਿ ਅਸੀਂ ਰਿਸ਼ਤਿਆਂ ਨੂੰ ਬਖੂਬੀ ਨਿਭਾਉਣਾ ਜਾਣਦੇ ਹਾਂ। ਪੀਤੇ ਵਰਗੇ ਕਮਜ਼ਰਫ ਇਨਸਾਨ ਨਹੀਂ ਆ ਜਿਹੜੇ ਸਿਰਫ ਤੇ ਸਿਰਫ ਪੈਸੇ ਨੂੰ ਹੀ ਜ਼ਿਆਦਾ ਮਹੱਤਵਤਾ ਦਿੰਦੇ ਹਨ। ਸੋ ਐਂਡ 'ਤੇ ਪੀਤੇ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਘਰੋਂ। ਸੁੰਦਰ ਬਾਣੀਆ ਸਾਰਾ ਕਰਜ਼ਾ ਵੀ ਮਾफ़ ਕਰ ਦਿੰਦਾ ਹੈ ਅਤੇ ਬਿਲਕੁਲ ਇੱਕ ਖੁਸ਼ਹਾਲ ਤਰੀਕੇ ਨਾਲ ਇਸ ਨਾਟਕ ਦਾ ਐਂਡ ਕੀਤਾ ਗਿਆ ਹੈ। ਸੋ ਪਰ ਇਹ ਨਾਲ ਦੱਸਿਆ ਗਿਆ ਹੈ ਕਿ ਜਿਸ ਤਰੀਕੇ ਦੇ ਨਾਲ ਬੱਚਿਆਂ ਨੂੰ ਵਿਦੇਸ਼ ਭੇਜਿਆ ਜਾਂਦਾ ਹੈ ਕਰਜ਼ੇ ਲੈ ਕੇ, ਉਹਦਾ ਕੋਈ ਫਾਇਦਾ ਨਹੀਂ ਹੈ। ਕਰਜ਼ੇ ਅਸੀਂ ਲੈ ਤਾਂ ਲੈਂਦੇ ਹਾਂ, ਪਰ ਕਰਜ਼ੇ ਚੁਕਾਉਣ ਦੀ ਜਦੋਂ ਸਾਡੇ ਵਿੱਚ ਹਿੰਮਤ ਨਹੀਂ ਹੁੰਦੀ ਤਾਂ ਅਜਿਹੇ ਕਰਜ਼ੇ ਲੈਣੇ ਵੀ ਕਿਉਂ। ਆਪਣੇ ਦੇਸ਼ ਵਿੱਚ ਰਹਿ ਕੇ ਹੀ ਅਸੀਂ ਉਹ ਕਮਾ ਸਕਦੇ ਹਾਂ ਜੋ ਅਸੀਂ ਵਿਦੇਸ਼ਾਂ ਵਿੱਚ ਜਾ ਕੇ, ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਕਮਾ ਰਹੇ ਹਾਂ। ਪਰ ਉਸ ਕਮਾਈ ਦਾ ਫਾਇਦਾ ਕੀ ਜੇਕਰ ਉਸੇ ਕਮਾਈ ਨੂੰ ਆਪਣੇ ਦੇਸ਼ ਦੇ ਵਿੱਚ ਯੂਟੀਲਾਈਜ਼ ਨਾ ਕੀਤਾ ਜਾਵੇ। ਸੋ ਮਾਈ ਡੀਅਰ ਸਟੂਡੈਂਟ, ਇਸ ਨਾਟਕ ਰਿਸ਼ਤੇ ਦਾ ਮੁੱਖ ਵਿਸ਼ਾ ਹੈ, ਮੁੱਖ ਸਮੱਸਿਆ ਹੈ ਕਿ ਜੋ ਦੱਸਿਆ ਗਿਆ ਹੈ ਵਿਦੇਸ਼ਾਂ ਦੇ ਵਿੱਚ ਨੌਜਵਾਨਾਂ ਨੂੰ ਭੇਜਣਾ, ਕਰਜ਼ੇ ਲੈ ਕੇ ਨੌਜਵਾਨਾਂ ਨੂੰ ਭੇਜਣਾ, ਇਹ ਇੱਕ ਸਮੱਸਿਆ ਹੈ। ਦੂਜੀ ਸਮੱਸਿਆ ਕਿਸਾਨਾਂ ਦੀ ਆਰਥਿਕ ਮੰਦਹਾਲੀ ਹੈ ਕਿ ਉਹਨਾਂ ਨੂੰ ਖੇਤੀਬਾੜੀ ਦੇ ਨਵੇਂ ਸੰਦ ਖਰੀਦਣ ਲਈ, ਖੇਤਾਂ ਦੇ ਵਿੱਚ ਬੰਬੀਆਂ ਲਗਵਾਉਣ ਲਈ ਕਰਜ਼ੇ ਲੈਣੇ ਪੈਂਦੇ ਹਨ, ਜਾਂ ਪੁੱਤਰਾਂ ਨੂੰ ਵਿਆਹੁਣ ਦੇ ਲਈ ਕਰਜ਼ੇ ਲੈਣੇ ਪੈਂਦੇ ਹਨ। ਉੱਪਰੋਂ ਸਾਰੇ ਹੀ ਉਹਨਾਂ ਦੀ ਜਿਹੜੀ ਡਿਪੈਂਡੈਂਸੀ ਹੁੰਦੀ ਹੈ ਉਹ ਬੇਸਿਕਲੀ ਕੁਦਰਤ ਦੇ ਉੱਪਰ ਹੁੰਦੀ ਹੈ, ਮੀਂਹ ਦੇ ਉੱਪਰ ਹੁੰਦੀ ਹੈ। ਮੀਂਹ ਪਵੇਗਾ, ਫਸਲ ਵਧੀਆ ਹੋਵੇਗੀ, ਵਧੀਆ ਫਸਲ ਹੋਵੇਗੀ, ਵਧੀਆ ਪੈਸੇ ਆਉਣਗੇ। ਪਰ ਜੇਕਰ ਕੁਦਰਤ ਕਰੋਪੀ ਵੀ ਹੋ ਜਾਵੇ ਤਾਂ ਉਹ ਤਾਂ ਕਰਜ਼ਿਆਂ ਦੇ ਭਾਰ ਦੇ ਹੇਠਾਂ ਪਹਿਲਾਂ ਹੀ ਦੱਬੇ ਹੁੰਦੇ ਹਨ ਅਤੇ ਕੁਦਰਤੀ ਮਾਰ ਵੀ ਉਹਨਾਂ ਦੇ ਉੱਤੇ ਹੋਰ ਜ਼ਿਆਦਾ ਪੈ ਜਾਂਦੀ ਹੈ। ਸੋ ਇਹ ਇਸ ਨਾਟਕ ਦੇ ਵਿਸ਼ੇ ਹਨ। ਸੋ ਆਈ ਹੋਪ ਤੁਸੀਂ ਇਸ ਆਡੀਓ ਨੂੰ ਸਮਝੋਗੇ, ਸੁਣੋਗੇ ਔਰ ਬਾਕਾਇਦਾ ਇਸ ਨਾਟਕ ਦਾ ਵਿਸ਼ਾ ਔਰ ਪਲਾਟ ਜਿਹੜਾ ਹੈ ਉਹਦੇ ਨੋਟਸ ਤੁਹਾਨੂੰ ਭੇਜੇ ਜਾਣਗੇ। ਤੁਸੀਂ ਉਹਨਾਂ ਨੂੰ ਫੋਲੋ ਕਰੋ, ਰਿਟਨ ਪ੍ਰੈਕਟਿਸ ਕਰੋ, ਰਿਵੀਜ਼ਨ ਕਰੋ ਔਰ ਇਹ ਆਡੀਓ ਨੂੰ ਧਿਆਨ ਨਾਲ ਸੁਣੋ। ਬੇਸਿਕਲੀ ਇਸ ਨਾਟਕ ਦੀ ਸਮੱਸਿਆ ਬਾਰੇ ਮੈਂ ਤੁਹਾਨੂੰ ਚਾਨਣਾ ਪਾਇਆ ਹੈ, ਇਸ ਨਾਟਕ ਦੇ ਵਿਸ਼ੇ ਬਾਰੇ ਮੈਂ ਤੁਹਾਨੂੰ ਚਾਨਣਾ ਪਾਇਆ ਹੈ। ਮੈਂ ਤੁਹਾਡਾ ਪੰਜਾਬੀ ਵਿਸ਼ੇ ਦਾ ਅਧਿਆਪਕ ਯੋਗੇਸ਼ ਸ਼ਰਮਾ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗਾ। ਤਦ ਤੱਕ ਲਈ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ ਹਾਂ। ਧੰਨਵਾਦ।